Kanchan Outlook। ਜਦੋਂ ਮਨੁੱਖ ਗਿਆਨਵਾਨ ਹੋ ਜਾਵੇ, ਗਿਆਨੀ ਬਣ ਜਾਏ ਕਿ ਉਹਦੇ ਅੰਦਰੋਂ ਜੋ ਵਿਕਾਰ ਹਨ ਉਹ ਖਤਮ ਹੋ ਜਾਂਦੇ ਨੇ। ਸਹਿਜ ਸੁਭਾਅ ਜੇਕਰ ਅਸੀਂ ਇਸ ਗੱਲ ਨੂੰ ਸੋਚੀਏ ਤਾਂ ਲੱਗੇਗਾ ਕਿ ਹਾਂ, ਜ਼ਰੂਰ ਖਤਮ ਹੋ ਜਾਂਦੇ ਹੋਣਗੇ, ਇਸੇ ਲਈ ਹੀ ਉਹਨੂੰ ਗਿਆਨੀ ਕਿਹਾ ਜਾਂਦਾ ਹੈ। ਜੇ ਸਾਡੇ ਗੁਰੂ ਸਾਹਿਬਾਨ ਗਿਆਨੀ ਕਹਾਏ, ਗਿਆਨਵਾਨ ਮਨੁੱਖ ਕਹਾਏ, ਤੇ ਉਹਨਾਂ ਦੇ ਅੰਦਰੋਂ ਜ਼ਰੂਰ ਵਿਕਾਰ ਖਤਮ ਹੋ ਚੁੱਕੇ ਹੋਣਗੇ, ਇਹ ਅਸੀਂ ਸੋਚਦੇ ਹਾਂ। ਪਰ ਸੱਚ ਕੀ ਹੈ? ਇਹ ਗੁਰੂ ਅਮਰਦਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 425ਵੇਂ ਅੰਗ 'ਤੇ ਵਿਰਾਜਮਾਨ ਬਾਣੀ ਦੇ ਰਾਹੀਂ ਸਾਨੂੰ ਦੱਸਦੇ ਹਨ। ਤੇ ਦੂਸਰੀ ਇੱਕ ਚੋਰ ਦੀ ਉਦਾਹਰਨ ਲੈ ਕੇ ਸਾਨੂੰ ਇੱਕ ਬੜੀ ਵਧੀਆ ਸਿੱਖਿਆ ਗੁਰੂ ਸਾਹਿਬ ਦਿੰਦੇ ਨੇ। ਜੋ ਚੋਰ ਹੈ ਉਹ ਆਪਣਾ ਘਰ ਘਾਟ ਛੱਡ ਕੇ ਦੂਜੇ ਦੇ ਘਰ ਜਾਂਦਾ ਹੈ ਚੋਰੀ ਕਰਨ ਦੇ ਲਈ। ਤੇ ਜਦ ਅਸੀਂ ਗੁਰਬਾਣੀ ਦਾ ਉਹ ਹਿੱਸਾ ਪੜ੍ਹਦੇ ਹਾਂ ਤੇ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਅਸੀਂ ਵੀ ਚੋਰ ਤਾਂ ਨਹੀਂ, ਅਸੀਂ ਵੀ ਆਪਣਾ ਘਰ ਘਾਟ ਛੱਡ ਕੇ ਹੋਰਨੀ ਪਾਸੇ ਤਾਂ ਨਹੀਂ ਭਟਕਦੇ ਫਿਰਦੇ। ਗੁਰਬਾਣੀ ਤੋਂ ਮਿਲਣ ਵਾਲੀਆਂ ਇਹ ਸਿੱਖਿਆਵਾਂ ਤੁਹਾਡੇ ਹਿਰਦਿਆਂ ਦੇ ਉੱਤੇ ਅਸਰ ਕਰਨ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਸਕੇ ਸੰਬੰਧੀਆਂ ਦੇ ਤੱਕ ਜ਼ਰੂਰ ਪਹੁੰਚਾ ਦਿਓ। ਆਓ ਹੁਣ ਸ਼ੁਰੂਆਤ ਕਰੀਏ। ਆਸਾ ਮਹਿਲਾ ਤੀਜਾ। ਸੁਣ ਮਨ ਮਨ ਵਸਾਏ ਤੂੰ ਆਪੇ, ਆਏ ਮਿਲੈ ਮੇਰੇ ਭਾਈ, ਅਨਦਿਨ ਸੱਚੀ ਭਗਤ ਕਰ, ਸੱਚਾ ਚਿੱਤ ਲਾਈ। ਹੇ ਮੇਰੇ ਮਨ, ਮੇਰੀ ਗੱਲ ਸੁਣ। ਮਨ ਵਸਾਏ ਤੂੰ ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਟਿਕਾਈ ਰੱਖ, ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾਈ ਰੱਖ। ਆਪੇ ਆਏ ਮਿਲਾਏ ਮੇਰੇ ਭਾਈ, ਹੇ ਮੇਰੇ ਭਾਈ, ਜੇ ਤੂੰ ਅਜਿਹਾ ਕਰੇ ਤੇ ਉਹ ਪਰਮਾਤਮਾ ਆਪ ਤੈਨੂੰ ਆ ਕੇ ਮਿਲ ਲਵੇਗਾ। ਪਰਮਾਤਮਾ ਆਪ ਤੇਰਾ ਆਪਣੇ ਆਪ ਦੇ ਨਾਲ ਮਿਲਾਪ ਕਰਵਾ ਲਏਗਾ। ਅਨਦਿਨ ਸੱਚੀ ਭਗਤ ਕਰ, ਸੱਚਾ ਚਿੱਤ ਲਾਈ। ਤੂੰ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੋ। ਇਹ ਭਗਤੀ ਸੱਚੀ ਹੈ, ਸਦਾ ਥਿਰ ਰਹਿਣ ਵਾਲੀ ਚੀਜ਼ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਆਪਣਾ ਚਿੱਤ ਜੋੜੀ ਰੱਖ। ਇੱਕੋ ਨਾਮ ਧਿਆਏ ਤੂੰ, ਸੁਖ ਪਾਵੈ ਮੇਰੇ ਭਾਈ, ਹਉਮੈ ਦੂਜਾ ਦੂਰ ਕਰ, ਵੱਡੀ ਵਡਿਆਈ ਰਹਾਓ। ਹੇ ਮੇਰੇ ਵੀਰ, ਇੱਕ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਸ ਤਰ੍ਹਾਂ ਤੂੰ ਸੁੱਖ ਹਾਸਲ ਕਰੇਗਾ। ਆਪਣੇ ਅੰਦਰੋਂ ਹੰਕਾਰ ਤੇ ਮਾਇਆ ਦਾ ਪਿਆਰ ਦੂਰ ਕਰਕੇ ਲੋਕ ਪਰਲੋਕ ਦੇ ਵਿੱਚ ਤੈਨੂੰ ਬਹੁਤ ਆਦਰ ਮਿਲੇਗਾ। ਹਉਮੈ ਨੂੰ ਦੂਰ ਕਰੇਗਾ, ਦੂਜੇ ਭਾਵ ਨੂੰ ਦੂਰ ਕਰੇਗਾ ਤੇ ਵੱਡੀ ਵਡਿਆਈ ਹਾਸਲ ਕਰੇਗਾ। ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚਦੇ, ਵਿਣ ਸਤਿਗੁਰ ਪਾਈ ਨਾ ਜਾਏ। ਪਰਮਾਤਮਾ ਦੀ ਇਹ ਜੋ ਸੱਚੀ ਭਗਤੀ ਹੈ, ਇਹਨੂੰ ਦੇਵਤੇ ਤੇ ਰਿਸ਼ੀ ਮੁਨੀ ਵੀ ਲੋਚਦੇ ਰਹੇ ਹਨ, ਇਹਦੀ ਤਾਂਘ ਕਰਦੇ ਰਹੇ ਹਨ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਦਾਤ ਮਿਲਦੀ ਨਹੀਂ। ਪੰਡਿਤ ਪੜ੍ਹਦੇ ਜੋਤ ਕੀ, ਤਿੰਨ ਬੂਝ ਨਾ ਪਾਏ। ਜੋ ਪੰਡਿਤ ਹਨ ਉਹ ਵੇਦ ਸ਼ਾਸਤਰ ਆਦਿਕ ਪੜ੍ਹਦੇ ਹਨ, ਜੋ ਜੋਤਸ਼ੀ ਹਨ ਉਹ ਜੋਤਿਸ਼ ਦੇ ਗ੍ਰੰਥ ਪੜ੍ਹਦੇ ਹਨ, ਪਰ ਹਰ ਭਗਤੀ ਦੀ ਸੂਝ ਇਹਨਾਂ ਦੋਹਾਂ ਜੋ ਕਿਸੇ ਨੂੰ ਵੀ ਨਹੀਂ ਆ ਪਾਉਂਦੀ। ਕਾਰਨ ਗੁਰੂ ਨਹੀਂ ਹੈ, ਗੁਰੂ ਦੇ ਲੜ ਉਹ ਲੱਗੇ ਨਹੀਂ ਹੋਏ। ਲਗਭਗ ਹਰੇਕ ਧਰਮ ਦਾ ਆਪਣਾ ਗ੍ਰੰਥ ਹੈ, ਆਪਣੀ ਇੱਕ ਧਾਰਮਿਕ ਪੁਸਤਕ ਹੈ, ਪਰ ਮੇਰਾ ਖਿਆਲ ਹੈ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਮਿਲਿਆ ਹੋਇਆ ਹੈ। ਉਹ ਇਸ ਕਰਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਵੀ ਸਿੱਖਿਆਵਾਂ ਹਨ ਉਹ ਉਹੀ ਹਨ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਲਿਖੀਆਂ ਹਨ, ਜੋ ਸਾਡੇ ਗੁਰੂ ਸਾਹਿਬਾਨਾਂ ਨੇ ਚਾਹੀਆਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਤੱਕ ਇਹ ਸਿੱਖਿਆਵਾਂ ਪਹੁੰਚਣ। ਤੇ ਇਹ ਸਿੱਖਿਆਵਾਂ ਅਜਿਹੀਆਂ ਨੇ ਜੋ ਸਾਨੂੰ ਪਰਮਾਤਮਾ ਦੇ ਨਾਲ ਜੋੜਦੀਆਂ ਨੇ। ਜੋ ਅਸਲ ਪਰਮਾਤਮਾ ਹੈ, ਆਕਾਰ ਰਹਿਤ, ਰੂਪ ਰਹਿਤ, ਉਸ ਪਰਮਾਤਮਾ ਦੇ ਨਾਲ ਜੋੜਦੀਆਂ ਨੇ, ਕਿਸੇ ਵੀ ਪ੍ਰਕਾਰ ਦੇ ਧਾਰਮਿਕ ਕਰਮਕਾਂਡ ਦੇ ਵੱਲ ਨੂੰ ਪ੍ਰੇਰਿਤ ਨਹੀਂ ਕਰਦੀਆਂ। ਆਪੈ ਥੈ ਸਭ ਰੱਖਿਓਨ, ਕਿਛ ਕਹਿਣ ਨਾ ਜਾਈ। ਥੈ ਤੋਂ ਭਾਵ ਹੱਥ ਵਿੱਚ। ਗੁਰੂ ਸਾਹਿਬ ਕਹਿੰਦੇ ਉਸ ਪਰਮਾਤਮਾ ਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਤੇ ਇਹ ਤੋਂ ਪਿਛਲੀਆਂ ਪੰਕਤੀਆਂ ਦੇ ਵਿੱਚ ਕਿਉਂਕਿ ਪਰਮਾਤਮਾ ਦੀ ਭਗਤੀ ਦੀ ਗੱਲ ਹੋ ਰਹੀ ਸੀ, ਸੋ ਇੱਥੇ ਸਭ ਕੁਝ ਤੋਂ ਭਾਵ ਕਿ ਕਿਸ ਨੂੰ ਭਗਤੀ ਦੀ ਦਾਤ ਬਖਸ਼ਣੀ ਹੈ, ਕਿਸ ਨੂੰ ਨਹੀਂ ਬਖਸ਼ਣੀ, ਇਹ ਗੱਲ, ਇਹ ਫੈਸਲਾ
परमात्मा ने अपने हੱਥ ਵਿੱਚ ਰੱਖਿਆ ਹੋਇਆ ਹੈ। ਅਸੀਂ ਕੁਝ ਕਹਿ ਨਹੀਂ ਸਕਦੇ ਕਿ ਕਿਸ ਆਧਾਰ 'ਤੇ परमात्मा ਇਹ ਦਾਤ ਕਿਸ ਨੂੰ ਬਖਸ਼ਦਾ ਹੈ। ਆਪੇ ਥੈ ਸਭ ਰੱਖਿਓਨ ਕਿਛ ਕਹਿਣ ਨਾ ਜਾਈ, ਆਪੇ ਦੇ ਸੋ ਪਾਈਐ ਗੁਰ ਬੂਝ ਬੁਝਾਈ। ਜੇ परमात्मा ਆਪ ਆਪਣੀ ਭਗਤੀ ਦੀ ਦਾਤ ਕਿਸੇ ਨੂੰ ਬਖਸ਼ੇ, ਉਸੇ ਨੂੰ ਹੀ ਉਹ ਦਾਤ ਮਿਲਦੀ ਹੈ। ਪਰ ਇਹ ਗੱਲ ਸਾਨੂੰ ਗੁਰੂ ਨੇ ਸਮਝਾਈ ਹੈ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸਨੋਂ ਆਖੀਐ ਜੇ ਦੂਜਾ ਹੋਈ। ਹੁਣ ਜੋ ਸ੍ਰਿਸ਼ਟੀ ਹੈ ਇਹਦੇ ਵਿੱਚ ਅਨੇਕਾਂ ਹੀ ਜੀਵ ਨੇ। ਦੁਨਿਆਵੀ ਅਰਥਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਬਥੇਰੇ ਜੀਵ ਨੇ ਜਿਨ੍ਹਾਂ ਨੂੰ ਅਸੀਂ ਚੰਗੇ ਕਹਿ ਸਕਦੇ ਹਾਂ, ਬਥੇਰੇ ਨੇ ਜਿਨ੍ਹਾਂ ਨੂੰ ਅਸੀਂ ਮਾੜੇ ਕਹਿ ਸਕਦੇ ਹਾਂ। ਬਾਕੀ ਪ੍ਰਜਾਤੀਆਂ ਨੂੰ ਅਸੀਂ ਛੱਡ ਵੀ ਦਈਏ, ਸਿਰਫ ਮਨੁੱਖ ਦੀ ਗੱਲ ਕਰ ਲਈਏ, ਕਈ ਮਨੁੱਖਾਂ ਨੂੰ ਅਸੀਂ ਚੰਗੇ ਕਹਿ ਸਕਦੇ ਹਾਂ, ਕਈਆਂ ਨੂੰ ਮਾੜੇ ਕਹਿ ਸਕਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਮਾੜਾ ਅਸੀਂ ਕਿਸੇ ਨੂੰ ਕਿਉਂ ਕਹੀਏ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ। ਸਾਰੇ ਹੀ ਜੀ ਜੰਤ, ਸਾਰੇ ਹੀ ਮਨੁੱਖ, ਸਾਰੇ ਹੀ ਦੂਜੀਆਂ ਪ੍ਰਜਾਤੀਆਂ ਦੇ ਜੀਵ ਜੰਤ ਵੀ ਉਸ ਇੱਕ ਪਰਮਾਤਮਾ ਦੇ ਬਣਾਏ ਹੋਏ ਨੇ। ਸਾਡਾ ਸਭਨਾਂ ਦਾ ਮਾਲਕ ਉਹ ਇੱਕ ਪਰਮਾਤਮਾ ਹੈ। ਮੰਦਾ ਤੇ ਅਸੀਂ ਕਿਸੇ ਨੂੰ ਤਾਂ ਕਹੀਏ ਜੇ ਕਿਸੇ ਦੂਜੇ ਦਾ ਮਾਲਕ ਕੋਈ ਦੂਸਰਾ ਹੋਵੇ। ਜਦ ਸਾਡੀ ਸਾਰਿਆਂ ਦੀ ਜੜ ਸਿਰਫ ਇੱਕੋ ਹੀ ਪਰਮਾਤਮਾ ਹੈ ਤੇ ਫਿਰ ਅਸੀਂ ਸਾਰੇ ਇੱਕ ਬਰਾਬਰ ਹੀ ਹਾਂ। ਕਿਸੇ ਨੂੰ ਮੰਦਾ ਚੰਗਾ ਕਹਿਣਾ ਨਹੀਂ ਚਾਹੀਦਾ। ਇੱਕੋ ਹੁਕਮ ਵਰਤਦਾ ਏਕਾ ਸਿਰ ਕਾਰਾ, ਆਪ ਭਵਾਲੀ ਦਿੱਤੀਨ ਅੰਤਰ ਲੋਭ ਵਿਕਾਰਾ। ਜਗਤ ਦੇ ਵਿੱਚ ਉਸ ਇੱਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ। ਹਰੇਕ ਜੀਵ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵੱਲੋਂ ਉਹਦੇ ਸਿਰ ਤੇ, ਉਹਦੇ ਮੱਥੇ ਤੇ ਲਿਖੀ ਗਈ। ਜਿਸ ਪ੍ਰਕਾਰ ਦੀ ਅਕਲ ਪਰਮਾਤਮਾ ਨੇ ਬਖਸ਼ ਦਿੱਤੀ, ਜੀਵ ਨੇ ਉਸੇ ਪ੍ਰਕਾਰ ਦੀ ਹੀ ਕਾਰ ਕਰਨੀ ਹੈ। ਬਥੇਰੇ ਜੀਵ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਹੀ ਮਾਇਆ ਦੇ ਮੋਹ ਦੀ ਭਵਾਟਣੀ ਦਿੱਤੀ ਹੋਈ ਹੈ। ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ ਹਨ। ਤੇ ਦੂਜੇ ਪਾਸੇ ਇੱਕ ਆਪੇ ਗੁਰਮੁਖ ਕੀਤਿਅਨ ਬੂਝਨ ਵਿਚਾਰਾ, ਭਗਤ ਵੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ। ਕਈਆਂ ਨੂੰ ਉਸ ਪਰਮਾਤਮਾ ਨੇ ਆਪ ਹੀ ਗੁਰਮੁਖ ਬਣਾ ਦਿੱਤਾ ਹੈ, ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਹੈ। ਸਹੀ ਆਤਮਿਕ ਜੀਵਨ ਦੀ ਵਿਚਾਰ ਉਹ ਸਮਝਣ ਲੱਗ ਪਏ ਹਨ। ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਵੀ ਦੇ ਦਿੱਤੀ। ਉਹਨਾਂ ਦੇ ਅੰਦਰ ਨਾਮ ਧਨ ਦੇ ਖਜ਼ਾਨੇ ਵੀ ਭਰ ਗਏ। ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ, ਓਏ ਭੁਲਾਏ ਕਿਸੈ ਦੇ ਨਾ ਭੁੱਲਣੀ, ਸੱਚ ਜਾਣਨ ਸੋਈ। ਇਹ ਭਾਈ ਸਹੀ ਆਤਮਿਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ, ਗਿਆਨੀਆਂ ਨੂੰ ਹਰ ਥਾਂ ਸਦਾ ਥਿਰ ਪ੍ਰਭੂ ਹੀ ਦਿਸਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਇਹੀ ਸਮਝ ਆ ਜਾਂਦੀ ਹੈ ਕਿ ਹਰ ਥਾਂ ਪਰਮਾਤਮਾ ਵਸਦਾ ਹੈ। ਇਹ ਸਮਝ ਉਹਨਾਂ ਨੂੰ ਆ ਜਾਂਦੀ ਹੈ। ਜੇ ਕੋਈ ਮਨੁੱਖ ਉਹਨਾਂ ਨੂੰ ਇਸ ਨਿਸ਼ਚੇ ਵੱਲੋਂ ਟਪਲਾ ਲਾਣਾ ਚਾਹੇ, ਉਹਨਾਂ ਨੂੰ ਪਰਮਾਤਮਾ ਦੇ ਰਸਤੇ 'ਤੇ ਚੱਲਦਿਆਂ ਨੂੰ ਇਸ ਰਸਤੇ ਤੋਂ ਕੋਈ ਥਰਕਾਣਾ ਚਾਹੇ, ਵਿਕਾਰਾਂ ਵੱਲ ਨੂੰ ਮੋੜਨਾ ਚਾਹੇ, ਕਿਸੇ ਤਰ੍ਹਾਂ ਦਾ ਲਾਲਚ ਉਹਨਾਂ ਨੂੰ ਦੇਣਾ ਚਾਹੇ ਤਾਂ ਉਹ ਗਲਤੀ ਨਹੀਂ ਖਾਂਦੇ। ਓਏ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਸੋਈ। ਉਹ ਹਰ ਥਾਂ ਸਦਾ ਥਿਰ ਪ੍ਰਭੂ ਨੂੰ ਹੀ ਵਸਦਾ ਸਮਝਦੇ ਹਨ, ਪਰਮਾਤਮਾ ਦੀ ਤਾਬਿਆਂ ਦੇ ਵਿੱਚ ਰਹਿੰਦੇ ਹਨ। ਘਰ ਮਹਿ ਪੰਚ ਵਰਤਦੇ ਪੰਚੇ ਵਿਚਾਰੀ। ਗਿਆਨਵਾਨ ਮਨੁੱਖਾਂ ਦੀ ਗੱਲ ਹੋ ਰਹੀ ਹੈ, ਗਿਆਨੀਆਂ ਦੀ ਗੱਲ ਹੋ ਰਹੀ ਹੈ। ਤਾਂ ਉਹ ਸਵਾਲ ਜੋ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ, ਉਹਦਾ ਉੱਤਰ ਜਾਣਨ ਦਾ ਸਮਾਂ ਆ ਗਿਆ ਕਿ ਕੀ ਗਿਆਨੀਆਂ ਦੇ ਅੰਦਰੋਂ ਜੋ ਵਿਕਾਰ ਹਨ ਉਹ ਖਤਮ ਹੋ ਜਾਂਦੇ ਨੇ? ਗੁਰੂ ਸਾਹਿਬ ਕਹਿੰਦੇ ਨਹੀਂ, ਘਰ ਮਹਿ ਪੰਚ ਵਰਤਦੇ। ਜੋ ਪੰਜੇ ਵਿਕਾਰ ਹਨ ਉਹ ਗਿਆਨੀਆਂ ਦੇ ਅੰਦਰੋਂ ਖਤਮ ਨਹੀਂ ਹੋ ਜਾਂਦੇ। ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀ ਪੰਜੇ ਵਿਕਾਰ ਹੁੰਦੇ ਹਨ, ਵਸਦੇ ਹਨ। ਲੇਕਿਨ ਪੰਚੇ ਵਿਚਾਰੀ, ਉਹ ਜੋ ਵਿਕਾਰ ਹਨ ਉਹ ਵਿਚਾਰਵਾਨ ਬਣ ਜਾਂਦੇ ਹਨ। ਉਹਨਾਂ ਨੂੰ ਆਪਣੀ ਹੋਂਦ ਦਾ ਕਾਰਨ ਸਮਝ ਦੇ ਵਿੱਚ ਆ ਜਾਂਦਾ ਹੈ। ਉਹਨਾਂ ਨੂੰ ਆਪਣੀ ਸਮਰੱਥਾ ਸਮਝ ਦੇ ਵਿੱਚ ਆ ਜਾਂਦੀ ਹੈ। ਉਹਨਾਂ ਨੂੰ ਆਪਣਾ ਕੰਮ ਸਮਝ ਦੇ ਵਿੱਚ ਆ ਜਾਂਦਾ ਹੈ।
ਜੇਕਰ ਤੁਸੀਂ 5 ਵਿਕਾਰਾਂ ਦੀ ਜੋ ਇੱਕ ਪਲੇਲਿਸਟ 5 ਵਿਕਾਰਾਂ ਦੇ ਉੱਪਰ ਇੱਕ ਵੀਡੀਓ ਅਸੀਂ ਬਣਾਈ ਸੀ ਬਹੁਤ ਸਮਾਂ ਪਹਿਲਾਂ, ਉਹ ਨਹੀਂ ਵੇਖੀ ਤੇ ਜ਼ਰੂਰ ਵੇਖਿਓ। ਉਹਦੇ 'ਚ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਜੋ 5 ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਇਹ ਸਾਡੇ ਅੰਦਰ ਹਨ ਕਿਉਂ? ਇਹਨਾਂ ਦਾ ਸਾਡੇ ਜੀਵਨ ਦੇ ਵਿੱਚ ਕਾਰਜ ਕੀ ਹੈ, ਇਹ ਸਮਝਾਉਣ ਦੀ ਉੱਥੇ ਕੋਸ਼ਿਸ਼ ਕੀਤੀ ਹੈ। ਅਤੇ ਇਸ ਪੰਕਤੀ ਦੇ ਰਾਹੀਂ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਪੰਚੇ ਵਿਚਾਰੀ, ਭਾਵ ਕਿ ਇਹ ਜੋ ਵਿਕਾਰ ਹਨ ਇਹ ਵਿਚਾਰਵਾਨ ਬਣ ਜਾਂਦੇ ਨੇ, ਇਹ ਆਪਣਾ ਆਪਣਾ ਕੰਮ ਸਮਝ ਲੈਂਦੇ ਨੇ ਅਤੇ ਉਸ ਹੱਦ ਦੇ ਵਿੱਚ ਰਹਿੰਦੇ ਨੇ ਜੋ ਉਹਨਾਂ ਦੀ ਹੱਦ ਬਣਦੀ ਹੈ। ਕਾਮ ਦੀ ਉਦਾਹਰਣ ਜੇਕਰ ਅਸੀਂ ਇੱਥੇ ਲੈ ਲਈਏ, ਜੇ ਕਾਮ ਨਾ ਹੋਵੇ ਤਾਂ ਇਹ ਸ੍ਰਿਸ਼ਟੀ ਅੱਗੇ ਵਧੇਗੀ ਹੀ ਨਹੀਂ। ਕਾਮ ਨਾ ਹੋਵੇ ਤਾਂ ਜੋ ਪ੍ਰਾਣੀ ਹਨ ਆਪਸ ਦੇ ਵਿੱਚ ਸੰਭੋਗ ਨਹੀਂ ਕਰਨਗੇ, ਅੱਗੇ ਸ੍ਰਿਸ਼ਟੀ ਪੈਦਾ ਨਹੀਂ ਹੋਏਗੀ। ਸੋ ਉਹਦੀ ਇੱਕ ਹੱਦ ਹੈ। ਵਿਕਾਰ ਉਹ ਉਦੋਂ ਬਣ ਜਾਂਦਾ ਹੈ ਜਦੋਂ ਆਪਣੀ ਹੱਦ ਤੋਂ ਬਾਹਰ ਹੋ ਜਾਏ, ਜਦੋਂ ਮਨੁੱਖ ਕਾਮੀ ਹੋ ਜਾਏ ਤੇ ਹਰ ਪਲ ਹੀ ਇਸ ਭਾਵਨਾ ਦੀ ਪੂਰਤੀ ਲੋਚਦਾ ਰਹੇ। ਤੇ ਇਸ ਵਿਕਾਰ ਦੇ ਵਿਚਾਰਵਾਨ ਬਣਨ ਦਾ ਅਰਥ ਹੈ ਕਿ ਇਹ ਆਪਣੀ ਹੱਦ ਸਮਝ ਲੈਂਦਾ ਹੈ ਕਿ ਮੇਰੀ ਹੱਦ ਹੈ ਅੱਗੇ ਬੱਚੇ ਪੈਦਾ ਕਰਨਾ, ਮੈਂ ਇਸੇ ਹੱਦ ਦੇ ਵਿੱਚ ਰਵਾਂ, ਹਰ ਪਲ ਹੀ ਕਾਮੀ ਹੋ ਕੇ ਨਾ ਘੁੰਮਦਾ ਰਹਾਂ। ਇਹ ਵਿਕਾਰ ਕਹਿੰਦਾ ਹੈ ਕਿ ਜਿੱਥੇ ਮੇਰੀ ਲੋੜ ਹੈ ਉੱਥੇ ਮੈਂ ਵਰਤਿਆ ਜਾਵਾਂ ਤੇ ਫਿਰ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਜਾਵਾਂ, ਅੰਦਰੋਂ ਖਤਮ ਨਾ ਹੋਵਾਂ। ਸੋ ਜੋ ਗਿਆਨਵਾਨ ਮਨੁੱਖ ਹਨ ਉਹਨਾਂ ਦੇ ਅੰਦਰੋਂ ਵਿਕਾਰ ਜੋ ਨੇ ਉਹ ਖਤਮ ਨਹੀਂ ਹੋ ਜਾਂਦੇ, ਰਹਿੰਦੇ ਅੰਦਰ ਹੀ ਨੇ, ਪਰ ਆਪਣੀ ਆਪਣੀ ਹੱਦ 'ਚ ਰਹਿੰਦੇ ਨੇ, ਵਿਚਾਰਵਾਨ ਬਣ ਜਾਂਦੇ ਨੇ। ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹਉਮੈ ਮਾਰੇ। ਪਰ ਇੱਕ ਗੱਲ ਹੈ, ਗੁਰੂ ਸਾਹਿਬ ਕਹਿੰਦੇ ਹੈ ਨਾਨਕ ਸਤਿਗੁਰੂ ਤੋਂ ਬਿਨਾਂ ਇਹ ਵਸ 'ਚ ਨਹੀਂ ਆਉਂਦੀ। ਸੱਚੇ ਗੁਰੂ ਦੀਆਂ ਸਿੱਖਿਆਵਾਂ ਤੋਂ ਬਿਨਾਂ ਸਾਡੇ ਅੰਦਰ ਵਸਦੇ ਹੋਏ ਜੋ ਵਿਕਾਰ ਹਨ ਉਹਨਾਂ ਨੂੰ ਆਪਣੀ ਹੱਦ ਸਮਝ ਦੇ ਵਿੱਚ ਨਹੀਂ ਆਉਂਦੀ। ਜੋ ਪ੍ਰਮਾਤਮਾ ਦਾ ਨਾਮ ਹੈ, ਨਾਮ ਸਿਮਰਨ ਹੈ, ਉਹਦੇ 'ਚ ਜਦ ਅਸੀਂ ਆਪਣਾ ਚਿੱਤ ਜੋੜੀਏ ਤੇ ਸਾਡੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਆਸਾ ਮਹਿਲਾ ਤੀਜਾ, ਘਰੈ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀ, ਗੁਰ ਪ੍ਰਸਾਦੀ ਪਾਈਐ, ਅੰਤਰ ਕਪਟ ਖੁਲਾਹੀ। ਇਹ ਭਾਈ, ਪ੍ਰਮਾਤਮਾ ਦਾ ਨਾਮ ਖਜ਼ਾਨਾ ਸਾਰੇ ਦਾ ਸਾਰਾ ਮਨੁੱਖ ਦੇ ਹਿਰਦੇ ਦੇ ਅੰਦਰ ਹੀ ਹੈ। ਬਾਹਰ ਜੰਗਲ ਆਦਿਕ ਦੇ ਵਿੱਚ ਲੱਭਿਆਂ ਕੁਝ ਨਹੀਂ ਮਿਲਦਾ, ਪਰ ਹਾਂ ਇਹ ਜੋ ਖਜ਼ਾਨਾ ਹੈ ਸਾਡੇ ਅੰਦਰ ਜੋ ਵਸਦਾ ਹੈ, ਇਹ ਅੰਦਰ ਵਸਦਾ ਹੋਇਆ ਵੀ ਸਾਨੂੰ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਜਿਸ ਨੂੰ ਗੁਰੂ ਮਿਲ ਪਏ ਉਸ ਦੇ ਅੰਦਰਲੇ ਕਵਾੜ, ਜੋ ਸਾਡੇ ਮਨ ਦੇ, ਸਾਡੇ ਦਿਮਾਗ ਦੇ ਜੋ ਦਰਵਾਜ਼ੇ, ਅਕਲ ਦੇ ਜੋ ਦਰਵਾਜ਼ੇ ਬੰਦ ਪਏ ਹੁੰਦੇ ਨੇ, ਗੁਰੂ ਦੇ ਮਿਲਣ ਦੇ ਨਾਲ ਖੁੱਲ੍ਹ ਜਾਂਦੇ ਨੇ। ਸਤਿਗੁਰ ਤੇ ਹਰ ਪਾਈਐ ਭਾਈ, ਅੰਤਰ ਨਾਮ ਨਿਧਾਨ ਹੈ, ਪੂਰਾ ਸਤਿਗੁਰ ਦੀਆ ਦਿਖਾਈ ਰਹਾਓ। ਇਹ ਭਾਈ, ਗੁਰੂ ਪਾਸੋਂ ਹੀ ਪ੍ਰਮਾਤਮਾ ਲੱਭਦਾ ਹੈ। ਉਂਝ ਤਾਂ ਹਰੇਕ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਖਜ਼ਾਨਾ ਮੌਜੂਦ ਹੈ, ਪਰ ਆਮ ਤੌਰ 'ਤੇ ਸਾਨੂੰ ਆਪਣੇ ਅੰਦਰ ਮੌਜੂਦ ਹੁੰਦਿਆਂ ਹੋਇਆਂ ਵੀ ਇਹ ਖਜ਼ਾਨਾ ਦਿਸਦਾ ਨਹੀਂ, ਲੱਭਦਾ ਨਹੀਂ। ਗੁਰੂ ਨੇ ਇਹ ਖਜ਼ਾਨਾ ਸਾਨੂੰ ਵਿਖਾਉਣਾ ਹੈ। ਹਰ ਕਾ ਗਾਹਕ ਹੋਵੈ, ਸੋ ਲਏ ਪਾਏ ਰਤਨ ਵਿਚਾਰਾ, ਅੰਦਰ ਖੋਲੈ ਦਿਵ ਦਿਸ਼ਟ, ਦੇਖੈ ਮੁਕਤ ਭੰਡਾਰਾ। ਇਹ ਭਾਈ, ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਧਨ ਦਾ ਗਾਹਕ ਬਣਦਾ ਹੈ, ਉਹ ਗੁਰੂ ਦੇ ਰਾਹੀਂ ਹਾਸਲ ਕਰ ਲੈਂਦਾ ਹੈ ਉਹ ਆਤਮਿਕ ਜੀਵਨ, ਤੇ ਉਸ ਆਤਮਿਕ ਜੀਵਨ ਦਾ ਕੀਮਤੀ ਵਿਚਾਰ। ਮਾਇਆ ਦੇ ਮੋਹ ਦੇ ਜੰਦਰੇ ਦੇ ਨਾਲ ਬੰਦ ਹੋਇਆ ਆਪਣੇ ਹਿਰਦੇ ਦਾ ਦਰਵਾਜ਼ਾ ਉਹ ਗੁਰੂ ਦੀ ਕਿਰਪਾ ਨਾਲ ਖੋਲ੍ਹ ਲੈਂਦਾ ਹੈ। ਆਤਮ ਦ੍ਰਿਸ਼ਟੀ ਦੇ ਨਾਲ ਵੇਖਦਾ ਹੈ ਕਿ ਉਹਦੇ ਅੰਦਰ ਹੀ ਮਾਇਆ ਦੇ ਮੋਹ ਤੋਂ ਖਲਾਸੀ ਦਿਵਾਉਣ ਵਾਲੇ ਨਾਮ ਧਨ ਦੇ ਖਜ਼ਾਨੇ ਭਰੇ ਪਏ ਹਨ। ਅੰਦਰ ਮਹਲ ਅਨੇਕ ਹੈ, ਜੀਉ ਕਰੇ ਵਸੇਰਾ, ਮਨ ਚਿੰਦਿਆ ਫਲ ਪਾਏ ਸੀ, ਫਿਰ ਹੋਏ ਨਾ ਫੇਰਾ। ਹੇ ਭਾਈ, ਮਨੁੱਖ ਦੇ ਹਿਰਦੇ ਵਿੱਚ ਨਾਮ ਧਨ ਦੇ ਅਨੇਕਾਂ ਖਜ਼ਾਨੇ ਮੌਜੂਦ ਹਨ। ਜੀਵ ਆਤਮਾ ਵੀ ਅੰਦਰ ਹੀ ਵਸਦਾ ਹੈ। ਜਦੋਂ ਗੁਰੂ ਦੀ ਮਿਹਰ ਨਾਲ ਸਮਝ ਪੈਂਦੀ ਹੈ ਤਦੋਂ ਮਨ ਇੱਛਤ ਫਲ ਹਾਸਲ ਕਰਦਾ ਹੈ ਤੇ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਪਾਰਖੀਆਂ ਵੱਥ ਸਮਾਲ ਲਈ, ਗੁਰ ਸੋਝੀ ਹੋਈ,
ਨਾਮ ਪਦਾਰਥ ਅਮੁੱਲ ਸਾ, ਗੁਰਮੁਖ ਪਾਵੈ ਕੋਈ। हे ਭਾਈ, ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹ ਪਾਰਖੂ ਬਣ ਗਏ, ਆਤਮਿਕ ਜੀਵਨ ਦੀ ਪਰਖ ਕਰਨ ਵਾਲੇ ਬਣ ਗਏ ਤੇ ਉਹਨਾਂ ਪਾਰਖੀਆਂ ਨੇ ਨਾਮ ਖਜ਼ਾਨਾ ਆਪਣੇ ਹਿਰਦੇ ਵਿੱਚ ਸਾਂਭ ਲਿਆ। ਪ੍ਰਭੂ ਦਾ ਨਾਮ ਖਜ਼ਾਨਾ ਅਮੁੱਲ ਹੈ, ਦੁਨਿਆਵੀ ਕੀਮਤ ਦਿੱਤਿਆਂ ਹਾਸਲ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਸ਼ਰਨ ਪੈ ਕੇ ਹੀ ਆਪਣੇ ਅੰਦਰੋਂ ਹੀ ਲੱਭਿਆ ਜਾ ਸਕਦਾ ਹੈ। ਬਾਹਰ ਭਾਲੇ ਸੋ ਕਿਆ ਲਹੈ, ਵਥ ਘਰੈ ਅੰਦਰ ਭਾਈ। ਗੁਰੂ ਸਾਹਿਬ ਕਹਿੰਦੇ ਬਾਹਰ ਲੱਭੇ ਤੋਂ ਕੀ ਮਿਲਦਾ ਹੈ? ਕੁਝ ਵੀ ਨਹੀਂ ਮਿਲਦਾ, ਕਿਉਂਕਿ ਨਾਮ ਖਜ਼ਾਨਾ ਤੇ ਸਾਡੇ ਅੰਦਰ ਵਸਦਾ ਹੈ ਭਾਈ। ਭਰਮੇ ਭੂਲਾ ਸਭ ਜਗ ਫਿਰੈ, ਮਨਮੁਖ ਪਤ ਗਵਾਈ। ਲੇਕਿਨ ਜੋ ਮਨਮੁਖ ਹੈ ਉਹ ਇਸ ਗੱਲ ਨੂੰ ਨਹੀਂ ਸਮਝਦਾ। ਉਹ ਆਪਣੀ ਮੱਤ ਦੇ ਪਿੱਛੇ ਲੱਗ ਕੇ ਹੀ ਤੁਰਦਾ ਰਹਿੰਦਾ ਹੈ, ਸਾਰੇ ਜਗਤ ਦੇ ਵਿੱਚ ਭਾਲਦਾ ਫਿਰਦਾ ਹੈ ਕਿ ਕਿਤੋਂ ਨਾਮ ਖਜ਼ਾਨਾ ਮਿਲ ਜਾਏ। ਖਜ਼ਾਨਾ ਤੇ ਨਹੀਂ ਮਿਲਦਾ, ਆਪਣੀ ਇੱਜ਼ਤ ਜ਼ਰੂਰ ਗਵਾ ਲੈਂਦਾ ਹੈ। ਘਰ ਦਰ ਛੋਡੇ ਆਪਣਾ, ਪਰ ਘਰ ਝੂਠਾ ਜਾਈ। ਚੋਰੈ ਵਾਂਗੂ ਪਕੜੀਐ, ਬਿਨ ਨਾਵੈ ਚੋਟਾ ਖਾਈ। ਜੋ ਮਨਮੁਖ ਹੈ ਉਹ ਆਪਣਾ ਹਿਰਦਾ ਘਰ ਛੱਡ ਕੇ ਬਾਹਰ ਪ੍ਰਮਾਤਮਾ ਦਾ ਨਾਮ ਧਨ ਲੱਭਦਾ ਫਿਰਦਾ ਹੈ, ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭਦਾ ਫਿਰਦਾ ਹੈ। ਬਿਲਕੁਲ ਉਸੇ ਪ੍ਰਕਾਰ ਜਿਵੇਂ ਕਿ ਇੱਕ ਚੋਰ ਜਾਂ ਠੱਗ ਜਾਂ ਝੂਠਾ ਮਨੁੱਖ ਆਪਣਾ ਘਰ-ਦਰ ਛੱਡ ਕੇ ਹੋਰਨਾਂ ਦੇ ਘਰਾਂ 'ਚ ਝਾਤੀਆਂ ਮਾਰਦਾ ਫਿਰਦਾ ਕਿ ਕਿਤੋਂ ਕੁਝ ਚੁਰਾ ਲਵਾਂ। ਹਸ਼ਰ ਉਸ ਚੋਰ ਦਾ ਵੀ ਇਹੀ ਹੁੰਦਾ ਕਿ ਉਹ ਪਕੜਿਆ ਜਾਂਦਾ ਹੈ, ਸਜ਼ਾ ਹਾਸਲ ਕਰਦਾ ਹੈ। ਤੇ ਜੋ ਮਨਮੁੱਖ ਆਪਣੇ ਹਿਰਦੇ ਘਰ ਨੂੰ ਛੱਡ ਕੇ ਹੋਰਨੀ ਥਾਈਂ ਪ੍ਰਮਾਤਮਾ ਦਾ ਨਾਮ ਲੱਭਦਾ ਫਿਰਦਾ ਹੈ, ਜਾਂ ਇਹ ਕਹਿ ਲਓ ਕਿ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰਨੀ ਥਾਈਂ ਸੁੱਖ ਲੱਭਦਾ ਫਿਰਦਾ ਹੈ, ਉਹ ਲੋਕ ਪਰਲੋਕ ਦੇ ਵਿੱਚ ਸੱਟਾਂ ਹੀ ਖਾਂਦਾ ਹੈ, ਚੋਟਾਂ ਹੀ ਖਾਂਦਾ ਹੈ, ਸੁੱਖ ਨਹੀਂ ਹਾਸਲ ਕਰ ਪਾਉਂਦਾ। ਵਿਕਾਰਾਂ ਹੱਥੋਂ ਫੜਿਆ ਜਾਂਦਾ ਹੈ, ਵਿਕਾਰਾਂ ਦੀ ਪਕੜ ਦੇ ਵਿੱਚ ਆ ਜਾਂਦਾ ਹੈ। ਜਿਨੀ ਘਰ ਜਾਤਾ ਆਪਣਾ, ਸੇ ਸੁਖੀਏ ਭਾਈ। ਅੰਤਰ ਬ੍ਰਹਮ ਪਛਾਣਿਆ, ਗੁਰ ਕੀ ਵਡਿਆਈ। ਇਹ ਭਾਈ, ਜਿਨ੍ਹਾਂ ਮਨੁੱਖਾਂ ਨੇ ਆਪਣਾ ਹਿਰਦਾ ਘਰ ਚੰਗੀ ਤਰ੍ਹਾਂ ਸਮਝ ਲਿਆ, ਜਿਨ੍ਹਾਂ ਨੇ ਇਹ ਪਛਾਣ ਲਿਆ ਕਿ ਪ੍ਰਮਾਤਮਾ ਸਾਡੇ ਅੰਦਰ ਹੀ ਵਸਦਾ ਹੈ, ਸੇ ਸੁਖੀਏ ਭਾਈ, ਉਹ ਸੁਖੀ ਜੀਵਨ ਬਿਤਾਉਂਦੇ ਹਨ। ਲੇਕਿਨ ਇਹ ਸਮਝ ਜੋ ਹੈ ਉਹ ਸਤਿਗੁਰੂ ਪਾਸੋਂ, ਸਤਿਗੁਰੂ ਦੀ ਮਿਹਰ ਦੇ ਸਦਕਾ ਹੀ ਮਿਲਦੀ ਹੈ। ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ। ਨਾਨਕ ਨਾਮ ਧਿਆਏ ਤੂੰ, ਦਰ ਸੱਚਾ ਸ਼ੋਭਾ ਪਾਈ। ਇਹ ਭਾਈ, ਪ੍ਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ। ਉਹ ਪ੍ਰਭੂ ਆਪ ਹੀ ਨਾਮ ਦੀ ਸਮਝ ਬਖਸ਼ਦਾ ਹੈ। हे ਨਾਨਕ, ਤੂੰ ਸਦਾ ਹਰੀ ਨਾਮ ਸਿਮਰਦਾ ਰਹਿ। ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਦਰ 'ਤੇ ਸ਼ੋਭਾ ਹਾਸਲ ਕਰਦਾ ਹੈ। ਸੋ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 425ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਪ੍ਰਮੁੱਖ ਤੌਰ 'ਤੇ ਗੁਰੂ ਸਾਹਿਬ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀਆਂ ਬਾਹਰ ਵੱਲ ਨੂੰ ਜੋ ਭਟਕਣਾਵਾਂ ਹਨ, ਜੋ ਅਸੀਂ ਬਾਹਰ ਭਟਕਦੇ ਫਿਰਦੇ ਹਾਂ, ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਆਪਣੇ ਆਪੇ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਛੱਡੀਏ, ਆਪਣੇ ਅੰਦਰ ਝਾਤੀ ਮਾਰੀਏ, ਗੁਰੂ ਦੇ ਲੜ ਲੱਗੀਏ, ਗੁਰੂ ਪਾਸੋਂ ਸੋਝੀ ਹਾਸਲ ਕਰਕੇ ਪ੍ਰਮਾਤਮਾ ਦੇ ਨਾਮ ਖਜ਼ਾਨੇ ਨੂੰ ਆਪਣੇ ਅੰਦਰੋਂ ਹੀ ਲੱਭੀਏ। ਆਪਣੀ ਅਕਲ ਦੇ ਬੰਦ ਦਰਵਾਜ਼ੇ ਖੋਲ੍ਹੀਏ, ਗਿਆਨੀ ਬਣੀਏ, ਗਿਆਨਵਾਨ ਬਣੀਏ, ਤਾਂ ਕਿ ਸਾਡੇ ਅੰਦਰ ਜੋ ਵਿਕਾਰ ਹਨ ਉਹਨਾਂ ਨੂੰ ਆਪਣੀਆਂ ਹੱਦਾਂ ਸਮਝ ਦੇ ਵਿੱਚ ਆਉਣ। ਸੋ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।